Hey guys, do you get too confused while attempting graphs in IELTS? Well, I'm sure that after watching this video, you'll be able to clearly remember what you need to do and what you don't have to do in IELTS graphs. Guys, I'm Ranbir Singh, your IELTS trainer, and in this video, I'll tell you 5 do's and don'ts for IELTS Academic Writing Task 1 graph. Start with 5 do's of graphs. First of all, always rephrase the question. ਤੁਹਾਨੂੰ ਜੋ ਵੀ ਵਰਡਿੰਗ ਕੁਐਸਚਨ ਵਿੱਚ ਦਿੱਤੀ ਹੁੰਦੀ ਹੈ ਤੁਸੀਂ ਉਹ ਯੂਜ਼ ਨਹੀਂ ਕਰਨੀ। ਤੁਸੀਂ ਹਮੇਸ਼ਾ ਕੁਐਸਚਨ ਨੂੰ ਆਪਣੇ ਵਰਡਸ ਵਿੱਚ ਰਿਫਰੇਸ ਕਰਕੇ ਲਿਖਣਾ ਹੁੰਦਾ ਹੈ। Secondly, always make comparisons. You can make inter comparisons or intra comparisons. Inter comparison means, for example, ਤੁਹਾਨੂੰ ਦੋ ਪਾਈ ਚਾਰਟਸ ਦਿੱਤੇ ਹੋਏ ਆ, ਤੁਸੀਂ ਦੋਨੋਂ ਪਾਈ ਚਾਰਟਸ ਦੀਆਂ ਅਲੱਗ-ਅਲੱਗ ਕੈਟੇਗਰੀਜ਼ ਨੂੰ ਆਪਸ ਵਿੱਚ ਕੰਪੇਅਰ ਕਰ ਸਕਦੇ ਹੋ, that is inter comparison. Intra comparison means ਤੁਸੀਂ ਇੱਕੋ ਹੀ ਗ੍ਰਾਫ ਦੀਆਂ ਅਲੱਗ-ਅਲੱਗ ਕੈਟੇਗਰੀਜ਼ ਨੂੰ ਆਪਸ ਵਿੱਚ ਕੰਪੇਅਰ ਕਰਨਾ ਹੈ। For example, ਤੁਸੀਂ ਇੱਕੋ ਪਾਈ ਚਾਰਟ ਦੀਆਂ ਅਲੱਗ-ਅਲੱਗ ਕੈਟੇਗਰੀਜ਼ ਨੂੰ ਆਪਸ ਵਿੱਚ ਕੰਪੇਅਰ ਕਰੋਗੇ। Third, always use correct tense. ਜੋ ਵੀ ਟੈਂਸ ਤੁਹਾਨੂੰ ਕੁਐਸਚਨ ਵਿੱਚ ਦਿੱਤਾ ਹੋਇਆ, ਫॉर ਐਗਜ਼ਾਮਪਲ ਤੁਹਾਡਾ ਸਾਰਾ ਡੇਟਾ ਪਾਸਟ ਵਿੱਚ ਹੈ ਤਾਂ ਤੁਸੀਂ ਪਾਸਟ ਟੈਂਸ ਯੂਜ਼ ਕਰੋਗੇ, ਜੇ ਪ੍ਰੈਜ਼ੈਂਟ ਟੈਂਸ ਹੈ ਤਾਂ ਪ੍ਰੈਜ਼ੈਂਟ ਯੂਜ਼ ਕਰੋਗੇ, ਜੇ ਫਿਊਚਰ ਵਿੱਚ ਹੈ ਤਾਂ ਫਿਊਚਰ ਵਿੱਚ ਯੂਜ਼ ਕਰੋਗੇ। ਇਨ ਕੇਸ ਕੋਈ ਵੀ ਈਅਰ ਨਹੀਂ ਦਿੱਤਾ ਉਸ ਕੇਸ ਵਿੱਚ ਤੁਸੀਂ ਪ੍ਰੈਜ਼ੈਂਟ ਟੈਂਸ ਯੂਜ਼ ਕਰ ਸਕਦੇ ਹੋ, ਬਟ ਹਮੇਸ਼ਾ ਆਪਣਾ ਟੈਂਸ ਕੁਐਸਚਨ ਵਿੱਚ ਦਿੱਤੇ ਈਅਰ ਦੇ ਅਕੋਰਡਿੰਗ ਰੱਖੋ। Fourth point is that always make two body paragraphs. Two body paragraphs ਨੂੰ ਤੁਹਾਨੂੰ comparisons ਬਣਾਉਣੇ ਬਹੁਤ easy ਹੋ ਜਾਂਦੇ ਆ। ਜੇ ਤੁਸੀਂ ਇੱਕੋ ਹੀ body paragraph ਬਣਾਉਂਦੇ ਹੋ ਤਾਂ ਉਹਦੇ ਵਿੱਚ ਤੁਹਾਡੇ ਸਾਰੇ comparisons ਬਹੁਤ complicated ਹੋ ਜਾਂਦੇ ਆ। And the last point is always write an overview. Overview ਦਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਡੇਟਾ ਨੂੰ ਪ੍ਰੋਪਰਲੀ ਸਮ ਅਪ ਕਰ ਸਕਦੇ ਹੋ। ਤੁਸੀਂ overview ਦਾ ਪੈਰਾਗ੍ਰਾਫ ਇੰਟਰੋਡਕਸ਼ਨ ਤੋਂ ਬਾਅਦ ਦੇ ਸਕਦੇ ਹੋ ਜਾਂ ਫਿਰ ਸਾਰੇ ਗ੍ਰਾਫ ਤੋਂ ਬਾਅਦ ਮਤਲਬ ਬੋਡੀ ਪੈਰਾਗ੍ਰਾਫ 2 ਤੋਂ ਬਾਅਦ ਦੇ ਸਕਦੇ ਹੋ। ਐਂਡ ਹਮੇਸ਼ਾ ਆਪਣੇ overview ਦੇ ਪੈਰਾਗ੍ਰਾਫ ਨੂੰ ਓਵਰਆਲ ਨਾਲ ਸਟਾਰਟ ਕਰੋ। Now let's discuss 5 don'ts for IELTS graphs. First of all, do not write data in introduction. Introduction paragraph ਵਿੱਚ ਤੁਸੀਂ ਸਿਰਫ ਦੱਸਣਾ ਹੁੰਦਾ ਕਿ ਡੇਟਾ ਕਾਦੇ ਬਾਰੇ, ਉਹਦੇ ਵਿੱਚ ਤੁਸੀਂ ਕੰਟਰੀ ਨੇਮ ਜਾਂ ਟਾਈਮ ਦੱਸ ਸਕਦੇ ਹੋ ਕਿ ਡੇਟਾ ਕਿਸ ਈਅਰ ਨੂੰ ਤੇ ਕਿਸ ਕੰਟਰੀ ਨੂੰ ਬਿਲੋਂਗ ਕਰਦਾ ਹੈ। Secondly, never mention minor changes. ਤੁਸੀਂ ਗ੍ਰਾਫ ਵਿੱਚ ਸਿਰਫ ਮੇਨ ਚੇਂਜਸ ਡਿਸਕ੍ਰਾਈਬ ਕਰਨੇ ਹੁੰਦੇ ਆ ਤੇ ਜਿੱਥੇ ਮੇਜਰ ਚੇਂਜਸ ਆ ਰਹੇ ਉਹਨਾਂ ਪੁਆਇੰਟਸ ਨੂੰ ਹੀ ਕੰਪੇਅਰ ਕਰਨਾ ਹੁੰਦਾ। ਜੇ ਤੁਸੀਂ ਆਪਣੇ ਗ੍ਰਾਫ ਵਿੱਚ ਛੋਟੇ-ਛੋਟੇ ਚੇਂਜਸ ਲਿਖਣ ਲੱਗ ਜਾਓਗੇ ਤਾਂ ਤੁਹਾਡਾ ਗ੍ਰਾਫ ਬਹੁਤ ਲੈਂਥੀ ਹੋ ਜਾਏਗਾ ਐਂਡ ਮੋਰ ਓਵਰ that is not required. Third, do not repeat the country or year if the data belongs to a single country or year. For example, ਤੁਹਾਨੂੰ ਇੱਕੋ ਹੀ ਪਾਈ ਚਾਰਟ ਦਿੱਤਾ ਹੋਇਆ ਹੈ ਜਾਂ ਇੱਕੋ ਹੀ ਲਾਈਨ ਗ੍ਰਾਫ ਦਿੱਤਾ ਹੋਇਆ ਤੇ ਸਾਰਾ ਇੱਕੋ ਹੀ ਕੰਟਰੀ ਦੇ ਬਾਰੇ ਹੈ ਤੇ ਇੱਕੋ ਹੀ ਈਅਰ ਨੂੰ ਬਿਲੋਂਗ ਕਰਦਾ ਤਾਂ ਉਹਦੇ ਵਿੱਚ ਤੁਹਾਨੂੰ ਬਾਰ-ਬਾਰ ਈਅਰ ਜਾਂ ਕੰਟਰੀ ਨੂੰ ਲਿਖਣ ਦੀ ਲੋੜ ਨਹੀਂ ਹੈ। ਇਹ ਅੰਡਰਸਟੂਡ ਹੈ ਕਿ ਸਾਰੇ ਟਾਸਕ ਦੇ ਵਿੱਚ ਹੀ ਇੱਕੋ ਹੀ ਕੰਟਰੀ ਦੀ ਗੱਲ ਕੀਤੀ ਹੈ ਤੇ ਉਸੇ ਟਾਈਮ ਨੂੰ ਹੀ ਬਿਲੋਂਗ ਕਰਦੀ ਹੈ। Fourth point, never mix tenses. ਜੇ ਤੁਹਾਨੂੰ ਗ੍ਰਾਫ ਇੱਕੋ ਹੀ ਟਾਈਮ ਪੀਰੀਅਡ ਨੂੰ ਦਿੱਤਾ, ਫॉर ਐਗਜ਼ਾਮਪਲ ਸਿਰਫ ਪਾਸਟ ਵਿੱਚ ਦਿੱਤਾ ਤਾਂ ਤੁਸੀਂ ਸਿਰਫ ਪਾਸਟ ਟੈਂਸ ਹੀ ਯੂਜ਼ ਕਰੋ। ਜੇ ਸਿਰਫ ਪ੍ਰੈਜ਼ੈਂਟ ਬਾਰੇ ਦਿੱਤਾ ਤਾਂ ਸਿਰਫ ਪ੍ਰੈਜ਼ੈਂਟ ਟੈਂਸ ਯੂਜ਼ ਕਰੋ ਜਾਂ ਸਿਰਫ ਫਿਊਚਰ ਬਾਰੇ ਦਿੱਤਾ ਤਾਂ ਫਿਊਚਰ ਟੈਂਸ ਯੂਜ਼ ਕਰੋ। ਸਿਰਫ ਤੁਸੀਂ ਉਸ ਕੇਸ ਵਿੱਚ ਟੈਂਸਸ ਨੂੰ ਮਿਕਸ ਕਰ ਸਕਦੇ ਹੋ ਜੇ ਤੁਹਾਨੂੰ ਗ੍ਰਾਫ ਵਿੱਚ ਹੀ ਅਲੱਗ-ਅਲੱਗ ਟਾਈਮ ਪੀਰੀਅਡਸ ਦਿੱਤੇ ਹੋਏ ਨੇ। ਫॉर ਐਗਜ਼ਾਮਪਲ ਤੁਹਾਡਾ ਲਾਈਨ ਗ੍ਰਾਫ ਹੈ, ਉਹਦੇ ਵਿੱਚ ਕੁਝ ਈਅਰਸ ਪਾਸਟ ਦੇ ਹੈ ਤੇ ਪ੍ਰੈਜ਼ੈਂਟ ਵੀ ਹੈ ਤੇ ਫਿਊਚਰ ਵੀ ਹੈ, ਉਦੋਂ ਤੁਸੀਂ ਟੈਂਸਸ ਨੂੰ ਮਿਕਸ ਕਰ ਸਕਦੇ ਹੋ। ਅਦਰਵਾਈਜ਼ ਨੈਵਰ ਮਿਕਸ ਟੈਂਸਸ। ਐਂਡ ਲਾਸਟ ਪੁਆਇੰਟ ਇਜ਼ ਨੈਵਰ ਰਾਈਟ ਅ ਕਨਕਲੂਜਨ। ਤੁਸੀਂ ਟਾਸਕ 1 ਵਿੱਚ ਗ੍ਰਾਫ ਵਿੱਚ ਕਦੇ ਕਨਕਲੂਜਨ ਨਹੀਂ ਲਿਖਣਾ ਹੁੰਦਾ। ਕਨਕਲੂਜਨ ਸਿਰਫ ਟਾਸਕ 2 ਮਤਲਬ ਐਸੇ ਲਈ ਹੁੰਦਾ। ਟਾਸਕ 1 ਵਿੱਚ ਓਵਰਵਿਊ ਹੁੰਦਾ। I hope you have noted on these points and by following them you can get a desired band score in your IELTS writing. Thank you so much for watching my video. You can also watch my other videos here, and also please don't forget to like, subscribe and share. You can also follow me on Facebook, Twitter and Instagram. All the links are given in the description. Thank you.